देख रहे हो डेली पोस्ट पंजाबी। मैं तुहाडे नाल जसमीत एक दुखदाई खबर लेके तुहाडे रूबरू हाँ। पंजाबी गीतकारी दा थंब मन्ने जाने वाले हरदेव दिलगीर उर्फ देव तरीकेवाला नहीं रहे। उन्हां दी अज मौत हो गई। बीमार सन, कोरोना पॉजिटिव पाए गए सी, सेहत काफ़ी खराब हो गई सी। अज उन्हां दी मौत हो गई है। उन्हां दी मौत की खबर सुनदे ही संगीत जगत विच सोग दी लहर है। उन्हां नूं सुनन पढ़न वाले लोकां दे विच सोग दी लहर है। घर दे विच भी सोग दी लहर है। देव तरीकेवाला नहीं रहे। बहुत सारे गीत देव तरीकेवाला ने लिखे। कुलदीप मानक नूं कलियां दा बादशाह बनाउण वाले देव तरीकेवाला सी। मां हुंदी है मां वर्गे गीत ने जिहड़े देव तरीकेवाला ने दिते। बहुत सारे गीत ने जिहड़े साडी झोली पाए देव तरीकेवाले ने संगीत जगत नूं ਇਹ गीत ने ਜਿਹੜੇ ਦਿੱਤੇ। ਅੱਜ ਉਹਨਾਂ ਦੀ ਮੌਤ ਦੇ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਕਾਫੀ ਦੇਰ ਤੋਂ ਬਿਮਾਰ ਚੱਲ ਰਹੇ ਸੀ। ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਸੀ। ਵਿੱਚ ਦੀ ਸਿਹਤ ਵਿੱਚ ਸੁਧਾਰ ਵੀ ਹੋਇਆ, ਪਰ ਹੁਣ ਫਿਰ ਸਿਹਤ ਖਰਾਬ ਹੋ ਗਈ ਸੀ। ਸਿਹਤਯਾਬ ਨਹੀਂ ਸੀ ਹੋ ਸਕੇ। ਪੰਜਾਬੀਆਂ ਲੋਕ ਗਥਾਵਾਂ ਨੂੰ ਆਪਣੇ ਗੀਤਾਂ ਦੇ ਵਿੱਚ ਪਰੋਇਆ ਹਰਦੇਵ ਦਿਲਗੀਰ ਉਰਫ ਦੇਵ ਤਰੀਕੇਵਾਲਾ ਨੇ, ਜਿਨ੍ਹਾਂ ਦੀ ਅੱਜ ਜਾਨ ਚਲੀ ਗਈ ਹੈ। ਉਹਨਾਂ ਦੀ ਸਿਹਤ ਕਾਫੀ ਖਰਾਬ ਸੀ। ਹਸਪਤਾਲ ਦੇ ਵਿੱਚ ਵੀ ਰਹਿਣਾ ਪਿਆ ਸੀ। ਕੋਰੋਨਾ ਪੋਜ਼ਿਟਿਵ ਪਾਏ ਗਏ ਸੀ। ਹੁਣ ਜਦੋਂ ਉਹਨਾਂ ਦੀ ਜਾਨ ਚਲੀ ਗਈ ਤਾਂ ਹਰ ਪਾਸੇ ਸੋਗ ਦੀ ਲਹਿਰ ਹੈ। ਉਹਨਾਂ ਨੇ ਸੈਂਕੜੇ ਦੋ ਗਾਣੇ ਲਿਖੇ, ਕਲੀਆਂ, ਲੋਕ ਗਥਾਵਾਂ ਤੋਂ ਇਲਾਵਾ 45 ਤੋਂ ਵੱਧ ਕਿਤਾਬਾਂ ਲਿਖੀਆਂ। ਹਰਦੇਵ ਸਿੰਘ ਦਾ ਜਨਮ ਹੈ ਜਿਹੜਾ 19 ਸਤੰਬਰ 1945 ਨੂੰ ਪਿਤਾ ਰਾਮ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਘਿਰੇ ਪਿੰਡ ਥਰੀਕੇ ਦੇ ਵਿੱਚ ਰਾਮਗੜੀਆ ਪਰਿਵਾਰ ਦੇ ਵਿੱਚ ਹੋਇਆ। ਅੱਜ ਦੇਵ ਤਰੀਕੇਵਾਲਾ ਜਿਹੜੇ ਸਾਡੇ ਵਿਚਕਾਰ ਨਹੀਂ ਰਹੇ। ਬੇहद ਦੁਖਦਾਈ ਖਬਰ ਹੈ। ਅੱਜ ਸਾਡੇ ਕੋਲ ਵੀ ਸ਼ਬਦ ਨਹੀਂ ਹੈ ਕਿ ਇਸ ਖਬਰ ਨੂੰ ਕਿਸ ਤਰ੍ਹਾਂ ਦੇ ਨਾਲ ਸੁਣਾਇਆ ਜਾਏ। 45 ਤੋਂ ਵੱਧ ਕਿਤਾਬਾਂ ਲਿਖਣ ਵਾਲਾ ਦੇਵ ਤਰੀਕੇਵਾਲਾ ਤੇ ਬਹੁਤ ਸਾਰੇ ਗਾਣੇ, ਲੋਕ ਕਥਾਵਾਂ ਲਿਖਣ ਵਾਲਾ, ਕਲੀਆਂ ਲਿਖਣ ਵਾਲਾ, ਕੁਲਦੀਪ ਮਾਨਕ ਨੂੰ ਕਲੀਆਂ ਦਾ ਬਾਦਸ਼ਾਹ ਬਣਾਉਣ ਵਾਲਾ ਦੇਵ ਤਰੀਕੇਵਾਲਾ ਨਹੀਂ ਰਿਹਾ। ਮੇਰੇ ਸਹਿਯੋਗੀ ਸੰਦੀਪ ਵੀ ਸਾਡੇ ਨਾਲ ਜੁੜ ਗਏ ਨੇ। ਉਹਨਾਂ ਦੇ ਨਾਲ ਗੱਲ ਕਰਾਂਗੇ। ਸੰਦੀਪ, ਇੱਕ ਬਹੁਤ ਵੱਡਾ ਘਾਟਾ ਹੈ ਜਿਹੜਾ ਅੱਜ ਸੰਗੀਤ ਜਗਤ ਨੂੰ ਪਿਆ ਦੇਵ ਤਰੀਕੇਵਾਲਾ ਦੇ ਚਲੇ ਜਾਣ ਦੇ ਨਾਲ। जी हाँ बिल्कुल। पहला तो दस दईए कि अज हरदेव दिलगीर उर्फ देव तरीकेवाला साडे विच नहीं रहे। पंजाबी संगीत जगत नूं एक ना पूरा होने वाला घाटा असीं कह सकते हैं कि पहला कुलदीप मानक जी दे चले जाना ते उस तो बाद ਜਦੋਂ ਹੁਣ ਦੇਵ ਤਰੀਕੇਵਾਲਾ ਸਾਹਿਬ ਦੇ ਜਾਣ ਦੀ ਖਬਰ ਪਤਾ ਲੱਗਦੀ ਹੈ ਤਾਂ ਪੰਜਾਬੀ ਸੰਗੀਤ ਦੇ ਵਿੱਚ ਜਿਹੜੇ ਅਸਲ ਪੰਜਾਬੀ ਸੰਗੀਤ ਨੂੰ ਪਿਆਰ ਕਰਦੇ ਨੇ ਉਹ ਕਿਤੇ ਨਾ ਕਿਤੇ ਅੱਜ ਰੋ ਰਹੇ ਨੇ ਤੇ ਉਹਨਾਂ ਨੂੰ ਯਾਦ ਕਰ ਰਹੇ ਨੇ ਕਿ ਉਹਨਾਂ ਦੀ ਜਿਹੜੀ ਗੀਤਕਾਰੀ ਸੀ, ਉਹਨਾਂ ਦੀ ਜਿਹੜੀ ਕਲਮ ਸੀ, ਉਸ ਦਾ ਕੋਈ ਤੋੜ ਨਹੀਂ ਸੀ। ਦੇਵ ਸਾਹਿਬ ਦੀ ਗੱਲ ਕਰਦੇ ਹਾਂ। ਦੇਵ ਸਾਹਿਬ ਦਾ ਜਨਮ ਥਰੀਕੇ ਵਿੱਚ ਹੀ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਸਕੂਲ ਦੀ ਪੜ੍ਹਾਈ ਹੈ 4ਵੀਂ ਤੱਕ ਉਹਨਾਂ ਨੇ ਥਰੀਕੇ ਤੋਂ ਹੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ 8ਵੀਂ ਤੱਕ ਦੀ ਉਹਨਾਂ ਨੇ ਪੜ੍ਹਾਈ ਲਲਤੋਂ ਤੋਂ ਉੱਥੇ ਕਰਨੀ ਸ਼ੁਰੂ ਕਰਤੀ। ਉੱਥੇ ਜਿਹੜੀ ਦੇਵ ਸਾਹਿਬ ਦੀ ਮੁਲਾਕਾਤ ਹੈ, ਜਿਹੜੀ ਉਹਨਾਂ ਦੇ ਟੀਚਰ ਨੇ ਹਰੀ ਸਿੰਘ ਦਿਲਬਰ ਜੀ ਉਹਨਾਂ ਦਾ ਨਾਮ ਸੀ, ਉਹ ਕਹਾਣੀਆਂ ਲਿਖਦੇ ਸਨ ਤੇ ਜਦੋਂ ਕਹਾਣੀਆਂ ਲਿਖਦੇ ਸਨ ਤਾਂ ਦੇਵ ਸਾਹਿਬ ਨੂੰ ਵੀ ਸ਼ੌਂਕ ਪਿਆ ਕਿ ਮੈਂ ਵੀ ਕਹਾਣੀਆਂ ਵੱਲ ਜਾਂ ਕਵਿਤਾਵਾਂ ਵੱਲ ਜਾਵਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਵਿਤਾਵਾਂ, ਕਹਾਣੀਆਂ ਲਿਖ ਕੇ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਬਾਅਦ ਕੀ ਹੁੰਦਾ ਹੈ ਕਿ ਜਿਹੜਾ ਦੇਵ ਸਾਹਿਬ ਦਾ ਤੇ ਹਰੀ ਸਿੰਘ ਦਿਲਬਰ ਜੀ ਦਾ ਰਾਬਤਾ ਜਿਹੜਾ ਲਗਾਤਾਰ ਹੋਣ ਲੱਗਦਾ ਤੇ ਉਸ ਤੋਂ ਬਾਅਦ ਜਿਹੜਾ ਦੇਵ ਸਾਹਿਬ ਕਹਿੰਦੇ ਵੀ ਮੈਨੂੰ ਵੀ ਕੋਈ ਨਾਮ ਦਿਓ ਤੁਸੀਂ, ਤੇ ਉਸ ਤੋਂ ਬਾਅਦ ਹਰੀ ਸਿੰਘ ਦਿਲਬਰ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਨਾਮ ਦੇ ਪਿੱਛੇ ਦਿਲਗੀਰ ਲਾ ਲਓ। ਤਾਂ ਦੇਵ ਤਰੀਕੇਵਾਲਾ ਸਾਹਿਬ ਪਹਿਲਾਂ ਆਪਣੇ ਨਾਮ ਦੇ ਪਿੱਛੇ ਦਿਲਗੀਰ ਲਾਉਂਦੇ ਰਹੇ ਨੇ ਕਾਫੀ ਸਮਾਂ। ਉਸ ਤੋਂ ਬਾਅਦ ਹਰਦੇਵ ਦਿਲਗੀਰ ਦੇ ਨਾਮ ਦੇ ਨਾਲ ਉਹਨਾਂ ਦੀ ਜਿਹੜੀ ਪਛਾਣ ਬਣਦੀ ਹੈ ਤੇ ਉਸ ਤੋਂ ਬਾਅਦ ਉਹ JBT ਸਕੂਲ ਦੇ ਵਿੱਚ ਵੀ ਟੀਚਰ ਨੇ। ਹਰਦੇਵ ਦਿਲਗੀਰ ਦੇਵ ਤਰੀਕੇਵਾਲਾ ਕਿਸ ਤਰ੍ਹਾਂ ਦੇ ਨਾਲ ਬਣਦੇ ਨੇ? ਦੇਵ ਤਰੀਕੇਵਾਲਾ ਬਣਦੇ ਨੇ ਜਦੋਂ ਐਕਚੁਅਲ ਦੇ ਵਿੱਚ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਮਾਨਕ ਸਾਹਿਬ ਤੋਂ ਹੋਣ ਤੋਂ ਪਹਿਲਾਂ ਨਾ ਕੀ ਹੁੰਦਾ ਕਿ ਉਹ ਇੱਥੇ ਉਹਨਾਂ ਦੇ ਇੱਕ ਦੋਸਤ ਸੀਗੇ ਦੱਤਾ ਜੀ, ਉਹਨਾਂ ਕੋਲੇ ਉਹ ਅਖਬਾਰ ਪੜ੍ਹਨ ਆਉਂਦੇ ਸੀ ਆਪਣਾ ਦੇਵ ਤਰੀਕੇਵਾਲਾ ਜੀ, ਤੇ ਉੱਥੇ ਹੀ ਉਹਨਾਂ ਦਾ ਇੱਕ ਮੁੰਡਾ ਸੀ ਪ੍ਰੇਮ, ਉਹਦਾ ਨਾਮ ਸੀ, ਗਾਇਕ ਸੀ। ਉਹ HMB ਦੇ ਵਿੱਚ ਰਿਕਾਰਡ ਹੋ ਗਿਆ, ਉਹਨੇ ਆਡੀਸ਼ਨ ਦਿੱਤਾ, ਉਹ ਪਾਸ ਹੋ ਗਿਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਯਾਰ ਤੁਸੀਂ ਮੈਨੂੰ ਗਾਣੇ ਲਿਖ ਕੇ ਦਿਓ। ਦੇਵ ਸਾਹਿਬ ਨੂੰ ਕਹਿੰਦਾ ਕਿਉਂਕਿ ਉਹ ਹਸਨਪੁਰੀ ਸਾਹਿਬ, ਇੰਦਰਜੀਤ ਹਸਨਪੁਰੀ, ਉਹ ਸਾਡੇ ਵਿਚਕਾਰ ਨਹੀਂ ਨੇ, ਉਹਨਾਂ ਕੋਲ ਜਾ ਰਿਹਾ ਸੀ ਤੇ ਉਹਨਾਂ ਦੇ ਗੇੜੇ ਕੱਢ ਰਿਹਾ ਸੀ, ਪਰ ਉਹ ਬਿਜ਼ੀ ਸੀ ਉਹਨਾਂ ਦਾ ਸ਼ਡਿਊਲ ਤੇ ਉਹ ਉਹਨਾਂ ਕੋਲੇ ਟਾਈਮ ਨਹੀਂ ਸੀਗਾ ਗਾਣੇ ਲਿਖਣ ਦਾ ਜਾਂ ਇੰਨਾ। ਤੇ ਉਹਨਾਂ ਨੇ ਦੇਵ ਸਾਹਿਬ ਨੂੰ ਫਰਮਾਇਸ਼ ਕੀਤੀ ਕਿ ਤੁਸੀਂ ਲਿਖੋ। ਦੇਵ ਸਾਹਿਬ ਕਹਿੰਦੇ ਕਿ ਮੈਂ ਤਾਂ ਕਹਾਣੀਆਂ ਲਿਖਦਾ ਜਾਂ ਕਵਿਤਾਵਾਂ ਲਿਖਦਾ, ਤੇ ਉਹ ਕਹਿੰਦੇ ਵੀ ਗਾਣੇ ਲਿਖਣੇ ਕੋਈ ਔਖਾ ਕੰਮ ਨਹੀਂ, ਤੁਸੀਂ ਇਹਦੇ ਵੱਲ ਵੀ ਟਰਾਈ ਕਰੋ। ਤੇ ਉਹਨਾਂ ਦੇ ਕਹਿਣ ਤੇ ਹੀ ਦੇਵ ਸਾਹਿਬ ਨੇ ਪਹਿਲੀ ਵਾਰੀ 4 ਗਾਣੇ ਲਿਖੇ ਤੇ ਉਹ ਜਦੋਂ 4 ਗਾਣੇ ਰਿਕਾਰਡ ਹੋਏ ਤੇ ਉਹਨਾਂ ਨੂੰ ਮਿਹਨਤਾਨਾ ਵੀ ਮਿਲਿਆ 40 ਰੁਪਏ। ਤਾਂ ਜਾਨੀ ਆਪਾਂ ਕਹਿ ਸਕਦੇ ਹਾਂ ਕਿ ਹਰਦੇਵ ਦਿਲਗੀਰ ਦੀ ਜਿਹੜੀ ਗੀਤਕਾਰੀ ਦੀ ਪਹਿਲੀ ਕਮਾਈ ਸੀ ਉਹ 40 ਰੁਪਏ ਸੀ ਮਹਿਜ। ਉਦੋਂ ਬਹੁਤ ਵੱਡੀ ਰਕਮ ਸੀ ਤੇ ਉਹ ਅਕਸਰ ਇੰਟਰਵਿਊ ਦੇ ਵਿੱਚ ਹੱਸਦੇ ਵੀ ਕਹਿ ਦਿੰਦੇ ਨੇ ਕਿ ਉਹਨਾਂ 40 ਦੀ ਉਹਨਾਂ ਨੇ ਪਾਰਟੀ ਕਰ ਲਈ ਸੀ ਉਦੋਂ ਦੋਸਤਾਂ ਮਿੱਤਰਾਂ ਦੇ ਨਾਲ।
ਤੇ ਉਸ ਤੋਂ ਬਾਅਦ ਉਹਨਾਂ ਨੂੰ ਗੀਤਕਾਰੀ ਵੱਲ ਸ਼ੌਂਕ ਪੈ ਗਿਆ, ਉਹਨਾਂ ਨੇ ਇੱਧਰ ਲਿਖਣਾ ਸ਼ੁਰੂ ਕਰਤਾ ਤੇ ਫਿਰ ਉਹਨਾਂ ਨੇ ਨਰਿੰਦਰ ਬੀਬਾ ਜੀ ਲਈ ਵੀ ਗੀਤ ਲਿਖੇ, ਕਰਮਜੀਤ ਧੂਰੀ ਜੀ ਵੀ ਲਈ ਲਿਖੇ ਤੇ ਉਸ ਤੋਂ ਬਾਅਦ ਜਿਹੜੇ ਹੋਰ ਵੀ ਉਸ ਸਮੇਂ ਦੇ ਜਿਹੜੇ ਪ੍ਰਚਲਿਤ ਗਾਇਕ ਸੀ ਉਹਨਾਂ ਲਈ ਗੀਤ ਲਿਖੇ। ਸੰਦੀਪ, ਇੱਥੇ ਆਪਾਂ ਗੀਤਾਂ ਦੇ ਬਾਰੇ ਵੀ ਥੋੜਾ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ। ਵੈਸੇ ਤਾਂ ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਕਿਹੜੇ-ਕਿਹੜੇ ਗਾਣੇ ਨੇ ਜਿਹੜੇ ਮਕਬੂਲ ਹੋਏ ਨੇ, ਕੁਝ ਹੋਰ ਮਕਬੂਲ ਗੀਤਾਂ ਦੇ ਬਾਰੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ। ਤਾਂ ਮਾਂ ਹੁੰਦੀ ਹੈ ਮਾਂ ਹੋ ਦੁਨੀਆ ਵਾਲਿਓ, ਤੇ ਉਸ ਤੋਂ ਬਾਅਦ ਦੁੱਲਿਆ ਵੇ ਟੋਕਰਾ ਚਕਾਈ ਆਣ ਕੇ, ਰਸਾਲੂ, ਹੋਰ ਵੀ ਗੀਤ ਨੇ। ਮੈਂ ਤੁਹਾਨੂੰ ਇੱਕ ਵਾਰੀ ਦੱਸ ਦੇਵਾਂ ਕਿ ਮਾਨਕ ਸਾਹਿਬ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਹੈ ਉਹ ਇੱਥੇ ਹੀ ਹੁੰਦੀ ਹੈ, ਲੁਧਿਆਣਾ ਵਿੱਚ ਹੀ ਹੁੰਦੀ ਹੈ। ਇੱਥੇ ਇੱਕ ਸੋਮੇ ਦਾ ਢਾਬਾ ਹੁੰਦਾ ਸੀ, ਜਦੋਂ ਲੁਧਿਆਣਾ ਬੱਸ ਸਟੈਂਡ ਬਣ ਰਿਹਾ ਸੀ ਨਾ, ਜਿਹੜਾ ਲੁਧਿਆਣਾ ਬੱਸ ਸਟੈਂਡ ਆਪਾਂ ਦੇਖਦੇ ਆ, ਇਹ ਉਦੋਂ ਬਣ ਰਿਹਾ ਸੀ ਤੇ ਇੱਥੇ ਇੱਕ ਢਾਬਾ ਹੁੰਦਾ ਸੀ, ਸੋਮੇ ਦਾ ਢਾਬਾ ਉਹਨੂੰ ਕਹਿੰਦੇ ਸੀ। ਤੇ ਜਿਹੜੇ ਮਾਨਕ ਸਾਹਿਬ ਦੇ ਦੋਸਤ ਸਨ ਤੇ ਉਹ ਹਰਦੇਵ ਦਲਗੀਰ ਸਾਹਿਬ ਦੇ ਜਾਨੀ ਦੇਵ ਥਰੀਕੇ ਵਾਲਾ ਦੇ ਵੀ ਕਾਮਨ ਫਰੈਂਡ ਸੀ, ਜਿਨ੍ਹਾਂ ਨੇ ਉਹਨਾਂ ਨੇ ਮਿਲਾਇਆ ਸੀ। ਤੇ ਮਾਨਕ ਸਾਹਿਬ ਵੀ ਉਦੋਂ ਪਹਿਲਾਂ ਕੁਝ ਗੀਤ ਗਾ ਚੁੱਕੇ ਸੀ, ਉਹ ਗਾਣੇ ਇੰਨੇ ਪ੍ਰਚਲਿਤ ਨਹੀਂ ਹੋਏ ਸੀ, ਪਸੰਦ ਨਹੀਂ ਕੀਤੇ ਸੀ ਲੋਕਾਂ ਨੇ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਯਾਰ ਮੈਨੂੰ ਕੁਝ ਵੱਖਰਾ ਦਿਓ। ਤੇ ਜਦੋਂ ਮਾਨਕ ਸਾਹਿਬ ਨੇ ਉਹਨਾਂ ਨੂੰ ਗੀਤ ਸੁਣਾਏ ਆਪਣੇ, ਵੀ ਉਹਨਾਂ ਨੂੰ ਆਵਾਜ਼ ਸੁਣਾਈ, ਤੇ ਮਾਨਕ ਸਾਹਿਬ ਨੂੰ ਕਹਿੰਦੇ ਕਿ ਤੁਹਾਡੀ ਆਵਾਜ਼ ਹੈ ਨਾ ਜਿਹੜੀ ਉਹ ਲੋਕ ਗੀਤਾਂ ਵਾਲੀ ਹੈ। ਤੇ ਉਦੋਂ ਉਹਨਾਂ ਦਾ ਵੀ ਟੇਸਟ ਬਦਲ ਚੁੱਕਿਆ ਸੀ, ਕਿਉਂਕਿ ਜਿਹੜੀ ਉਸ ਸਮੇਂ ਦੀ ਜਿਹੜੀ ਗੀਤਕਾਰੀ ਸੀ ਉਹ ਥੋੜੀ ਜਿਹੀ ਗੰਦਲੇ ਪਾਸੇ ਵਾਲੇ ਪਾਸੇ ਜਾ ਰਹੀ ਸੀ। ਉਦੋਂ ਜਿਹੜੇ ਗੀਤ ਸੀ ਉਹ ਦੋ ਅਰਥੇ ਆਉਣ ਲੱਗ ਪਏ ਸੀ। ਤੇ ਉਦੋਂ ਮਾਨਕ ਸਾਹਿਬ ਨੇ ਕੀ ਕੀਤਾ ਕਿ ਜਦੋਂ ਉਹਨਾਂ ਨੂੰ ਫਰਮਾਇਸ਼ ਕੀਤੀ ਕਿ ਤੁਸੀਂ ਗਾਣੇ ਲਿਖੋ, ਤੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਪਸੰਦ ਆ ਗਈ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਹਰਦੇਵ ਦਲਗੀਰ ਜੀ, ਦੇਵ ਥਰੀਕੇ ਵਾਲਾ ਸਾਹਿਬ ਨੇ ਉਹਨਾਂ ਦੇ ਲਈ ਉਦੋਂ ਕਲੀਆਂ ਲਿਖੀਆਂ। ਜਿਹੜੀ ਮੈਂ ਗੱਲ ਕਰ ਰਿਹਾ ਕਿ ਉਸ ਤੋਂ ਪਹਿਲਾਂ ਰਸਾਲੂ ਤੇ ਹੋਰ ਵੀ ਜਿਹੜੀਆਂ ਹੀਰ ਦੀ ਕਲੀ, ਰਾਂਝਾ, ਇਹ ਸਾਰੀਆਂ ਉਹਨਾਂ ਨੇ 4 ਕਲੀਆਂ ਉਹਨਾਂ ਨੂੰ ਲਿਖ ਕੇ ਦਿੱਤੀਆਂ। ਤੇ ਉਹ ਕਲੀਆਂ ਲੋਕਾਂ ਨੇ ਇੰਨੀਆਂ ਪਸੰਦ ਕੀਤੀਆਂ, ਮਾਨਕ ਸਾਹਿਬ ਦੀ ਆਵਾਜ਼ ਇੰਨੀ ਪਸੰਦ ਕੀਤੀ ਕਿ ਇਹ ਜਿਹੜੇ ਮਾਨਕ ਸਾਹਿਬ ਤੇ ਦੇਵ ਸਾਹਿਬ ਇੱਕ ਸਿੱਕੇ ਦੇ ਦੋ ਪੂਰਕ ਬਣ ਗਏ। ਹਾਂ, ਜਿਹਨੂੰ ਕੰਬੀਨੇਸ਼ਨ ਚੋਟੀ ਦਾ ਜਿਹਨੂੰ ਕਹਿ ਸਕਦੇ ਆ, ਚੋਟੀ ਦਾ ਕੰਬੀਨੇਸ਼ਨ ਬਣ ਗਿਆ ਮਾਨਕ ਸਾਹਿਬ ਦੇ ਨਾਲ। ਫਿਰ ਇਹਨਾਂ ਦਾ ਰਾਬਤਾ ਇਸ ਤਰ੍ਹਾਂ ਬਣਿਆ ਕਿ ਉਹ ਲਿਖਦੇ ਗਏ, ਇਹ ਗਾਉਂਦੇ ਗਏ, ਤੇ ਫਿਰ ਇਹ ਜੋੜੀ ਐਸੀ ਪ੍ਰਵਾਨ ਚੜੀ ਕਿ ਅੱਜ ਤੱਕ ਪੰਜਾਬੀਆਂ ਦੇ ਵਿੱਚ ਜਿੱਥੇ ਮਾਨਕ ਸਾਹਿਬ ਦੀ ਗੱਲ ਚੱਲਦੀ ਹੈ ਤਾਂ ਉਹ ਦੇਵ ਸਾਹਿਬ ਬਿਨਾਂ ਅਧੂਰੀ ਹੈ, ਤੇ ਜਿੱਥੇ ਗੱਲ ਦੇਵ ਥਰੀਕੇ ਵਾਲੇ ਦੀ ਹੋਵੇਗੀ ਤਾਂ ਉੱਥੇ ਗੱਲ ਮਾਨਕ ਸਾਹਿਬ ਦੀ ਵੀ ਹੋਵੇਗੀ। ਹੁਣ ਮੈਂ ਤੁਹਾਨੂੰ ਇੱਕ ਗੱਲ ਇੱਥੇ ਹੋਰ ਦੱਸ ਦੇਵਾਂ ਕਿ ਮਾਨਕ ਸਾਹਿਬ ਦਾ ਜਦੋਂ ਇੱਕ ਗੀਤ ਬਹੁਤ ਲੋਕਾਂ ਨੇ ਪਸੰਦ ਵੀ ਕੀਤਾ, ਉਹਨੂੰ ਸੁਣਿਆ ਵੀ ਹੈ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ। ਇਸ ਗੀਤ ਦੀ ਕਹਾਣੀ ਇਹ ਸੀ ਕਿ ਮਾਨਕ ਸਾਹਿਬ ਦੀ ਮਾਤਾ ਦਾ ਦੇਹਾਂਤ ਹੋ ਜਾਂਦਾ ਹੈ, ਤੇ ਉੱਥੇ ਮਾਨਕ ਸਾਹਿਬ ਦੱਸਦੇ ਨੇ ਕਿ ਮੇਰੀ ਮਾਂ ਦੇ ਲਈ ਹਨਾ, ਤੇ ਉਹਨਾਂ ਦਾ ਦੇਹਾਂਤ ਤੋਂ ਬਾਅਦ ਉਹ ਜਦੋਂ ਆਉਂਦੇ ਨੇ ਦੇਵ ਸਾਹਿਬ ਤਾਂ ਉਹ ਦੱਸਦੇ ਨੇ ਕਿ ਮੈਂ ਉਹਨਾਂ ਦੇ ਇੱਕ ਗੀਤ ਤੁਹਾਡੇ ਲਈ ਤਿਆਰ ਕੀਤਾ। ਤਾਂ ਇਹ ਸ਼ਰਧਾਂਜਲੀ ਦੇਣ ਨੂੰ ਮਾਂ ਲਈ ਇੱਕ ਗੀਤ ਬਣਾਇਆ ਸੀ। ਤੇ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਮਾਂ ਤੇ ਹੁਣ ਲੱਖਾਂ ਹਜ਼ਾਰਾਂ ਮੈਂ ਕਹਿ ਸਕਦਾ ਗੀਤ ਆ ਚੁੱਕੇ ਨੇ, ਪਰ ਉਸ ਗੀਤ ਦਾ ਕੋਈ ਤੋੜ ਨਹੀਂ ਹੈ। ਉਸ ਗੀਤ ਦਾ ਕੋਈ ਵੀ ਹਜੇ ਤੱਕ ਤੋੜ ਨਹੀਂ ਹੈ, ਨਾ ਹੀ ਉਹਦਾ ਸਾਨੂੰ। ਬਿਲਕੁਲ, ਜਦੋਂ ਵੀ ਮਾਂ ਤੇ ਗੀਤਾਂ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਉਹੀ ਗੀਤ ਹੈ ਜਿਹੜਾ ਜ਼ੁਬਾਨ ਤੇ ਆਉਂਦਾ ਹੈ। ਬਿਲਕੁਲ, ਉਹਦੇ ਸਾਰੇ ਬੋਲ ਮੈਂ ਕਹਿੰਦਾ ਵੀ ਇੱਕ ਜਿਹੜਾ ਆਮ ਬੰਦਾ ਹੈ, ਇੱਕ ਬੱਚੇ ਤੋਂ ਲੈ ਕੇ ਦੇਵ ਸਾਹਿਬ ਨੂੰ ਅਸੀਂ ਇੱਕ ਪੀੜ੍ਹੀ ਦਾ ਨਹੀਂ, 2 ਪੀੜ੍ਹੀਆਂ ਦਾ ਨਹੀਂ, ਬਲਕਿ 3 ਪੀੜ੍ਹੀਆਂ ਦਾ ਗਾਇਕ ਗੀਤਕਾਰ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਦੀ ਜਿਹੜੀ ਦੇਣ ਆ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਹੈ। ਕਿਉਂਕਿ ਉਹਨਾਂ ਨੇ ਨਵੇਂ ਲੋਕਾਂ ਨੂੰ ਵੀ, ਜੇ ਹੁਣ ਮੈਂ ਨਵੇਂ ਪੂਰ ਦੀ ਗੱਲ ਕਰਾਂ ਤਾਂ ਗੁਰਮੀਤ ਮੀਤ ਦੇ ਬੀਤ ਬਲਜੀਤ ਨੂੰ ਵੀ ਉਹਨਾਂ ਨੇ ਇੱਕ ਗਾਣਾ ਲਿਖ ਕੇ ਦਿੱਤਾ, ਕੁੜਤਾ, ਤੇ ਇਦਾਂ ਦੇ ਇਹਨਾਂ ਨੇ ਬਹੁਤ ਸਾਰੇ ਗਾਣੇ ਲਿਖ ਕੇ ਦਿੱਤੇ ਨੇ। ਤੇ ਮਾਨਕ ਸਾਹਿਬ ਦੇ ਨਾਲ ਜਿਹੜੇ ਟ੍ਰੈਂਡ ਦੇ ਨਾਲ ਨਾਲ ਉਹਨਾਂ ਨੇ ਆਪਣੇ ਆਪ ਨੂੰ ਵੀ ਬਦਲਿਆ, ਆਪਣੇ ਆਪ ਨੂੰ ਢਾਲਿਆ ਵੀ। ਹਾਂ, ਥੋੜੇ ਜਿਹਾ ਉਹਨਾਂ ਦਾ ਸੁਭਾਅ ਸੀ, ਉਹ ਬੜਾ ਲੱਠਾ ਸੀ, ਮਸਤ ਮੌਲਾ ਇਨਸਾਨ ਸੀ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਪਰਿਵਾਰ ਦੇ ਵਿੱਚ ਵਿਛੋੜੇ ਨੇ ਉਹਨਾਂ ਨੇ ਢਾਲਿਆ। ਮਾਂ ਉਹਨਾਂ ਦੀ ਵਾਈਫ ਪ੍ਰੀਤਮ ਕੌਰ, ਉਹਨੂੰ ਪਿਆਰ ਨਾਲ ਪੀਤੋ ਕਹਿੰਦੇ ਸੀ ਮਾਨਕ ਸਾਹਿਬ, ਦੇਵ ਥਰੀਕੇ ਵਾਲਾ ਸਾਹਿਬ, ਤੇ ਉਹਨਾਂ ਨੇ ਉਹਨਾਂ ਲਈ ਕਾਫੀ ਗੀਤ ਵੀ ਲਿਖੇ ਨੇ। ਅਕਸਰ ਤੁਸੀਂ ਉਹਨਾਂ ਦੇ ਗੀਤਾਂ ਵਿੱਚ ਪੀਤੋ ਸ਼ਬਦ ਆਮ ਸੁਣਨ ਨੂੰ ਤੁਹਾਨੂੰ ਮਿਲ ਜਾਵੇਗਾ, ਉਹ ਐਕਚੁਅਲ ਦੇ ਵਿੱਚ ਉਹਨਾਂ ਦੀ ਵਾਈਫ ਦਾ ਨਾਮ ਸੀ। ਤੇ ਉਹਨਾਂ ਨੇ ਜਿਹੜਾ ਮਾਨਕ ਸਾਹਿਬ ਤੇ ਉਹਨਾਂ ਦਾ ਜਿਹੜਾ ਕੰਬੀਨੇਸ਼ਨ ਇਸ ਤਰ੍ਹਾਂ ਸੀ ਕਿ ਉਹ ਕਈ ਵਾਰ ਲੜ ਵੀ ਪੈਂਦੇ ਸੀ। ਅਕਸਰ ਤੁਸੀਂ ਦੇਵ ਸਾਹਿਬ ਦੀ ਇੰਟਰਵਿਊ ਸੁਣੋਗੇ ਤਾਂ ਉਹ ਕਹਿੰਦੇ ਕਿ ਸਾਡਾ ਰਿਸ਼ਤਾ ਜਿਹੜਾ ਕੋਈ ਗਾਇਕ ਤੇ ਗੀਤਕਾਰਾਂ ਵਾਲਾ ਨਹੀਂ ਸੀ, ਸਗੋਂ ਪਿਓ ਪੁੱਤ ਵਾਲਾ ਸੀ। ਮਾਨਕ ਸਾਹਿਬ ਦੇਵ ਥਰੀਕੇ ਵਾਲੇ ਨੂੰ ਆਪਣੇ ਪਿਓ ਦਾ ਦਰਜਾ ਦਿੰਦੇ ਸੀ, ਕਿਉਂਕਿ ਜਦੋਂ ਮਾਨਕ ਸਾਹਿਬ ਦੀ ਚੜ੍ਹਾਈ ਹੋ ਗਈ ਸੀ, ਜਿਹਨੂੰ ਆਪਾਂ ਕਹਿ ਦਿੰਦੇ ਆ, ਉਦੋਂ ਮਾਨਕ ਸਾਹਿਬ ਨੂੰ ਉਹ ਪਿੰਡ ਲੈ ਗਏ ਸੀ ਥਰੀਕੇ, ਤੇ ਉੱਥੇ ਥਰੀਕੇ ਹੀ ਉਹਨਾਂ ਨੇ ਆਪਣੇ ਕੋਲੇ ਰੱਖਿਆ। ਯੁੱਧਵੀਰ ਹੋਣਾ ਦਾ ਜਨਮ ਹੈ ਜਿਹੜਾ ਮਾਨਕ ਸਾਹਿਬ ਦੇ ਬੇਟੇ ਦਾ, ਉਹ ਵੀ ਉੱਥੋਂ ਦਾ ਹੀ ਹੈ। ਤੇ ਉੱਥੇ ਉਹਨਾਂ ਨੇ ਸਾਰੀ ਉਹਨਾਂ ਦੀ ਪਰਵਰਿਸ਼ ਕੀਤੀ, ਉੱਥੇ ਹੀ ਉਹਨਾਂ ਦੇ ਨਾਲ ਰਹਿੰਦੇ ਸੀ। ਅਕਸਰ ਕਈ ਵਾਰੀ ਕੀ ਕਹਿਣਾ ਕਿ ਜਿਹੜੇ ਦੇਵ ਸਾਹਿਬ ਸੀ ਉਹ ਬੜੇ, ਉਹਨਾਂ ਦਾ ਜਿਹੜਾ ਸੀਗਾ ਮਾਨਕ ਸਾਹਿਬ ਥੋੜੇ ਜਿਹੇ ਗੁੱਸੇ ਵਾਲੇ ਸੀ, ਦੇਵ ਸਾਹਿਬ ਦਾ ਸੁਭਾਅ ਠੰਡਾ ਸੀ ਥੋੜਾ ਜਿਹਾ। ਤੇ ਉਹਨਾਂ ਨੇ ਕੀ ਕਰਨਾ ਕਿ ਜਦੋਂ ਮਾਨਕ ਨੇ ਕਦੇ ਗੁੱਸੇ ਹੋਣਾ ਤਾਂ ਮਾਨਕ ਆਉਂਦਾ ਜ਼ਰੂਰ ਸੀ ਦੇਵ ਥਰੀਕੇ ਵਾਲੇ ਦੇ ਘਰੇ, ਪਰ ਉਹਨਾਂ ਨੂੰ ਬਿਨਾਂ ਬੁਲਾਏ ਲੰਘ ਜਾਂਦਾ ਸੀ। ਮਤਲਬ ਇੰਨਾ ਪਿਆਰ ਸੀ, ਉਹ ਬੋਲੇ ਨਹੀਂ ਕਈ ਸਾਲ। ਉਹ ਗੱਲ ਬਸ ਇਹ ਸੀ ਵੀ ਉਹਨਾਂ ਨੇ ਜਿਹੜਾ ਇੱਕ ਜਿਉਣਾ ਮੋੜ ਸੀ ਉਹ ਸੁਰਿੰਦਰ ਸ਼ਿੰਦਾ ਜੀ ਨੇ ਰਿਕਾਰਡ ਕਰਵਾਤਾ। ਉਹ ਕਹਿੰਦਾ ਵੀ ਮੈਨੂੰ ਕਿਉਂ ਨਹੀਂ ਕਰਾਇਆ, ਬਸ ਇਹ ਖੱਟੀਆਂ ਮਿੱਠੀਆਂ ਜਿਹੜੀਆਂ ਉਹਨਾਂ ਦੀਆਂ ਨੋਕਸ। ਹਾਂ, ਅੱਜ ਹਾਂ ਬਿਲਕੁਲ ਸੰਦੀਪ, ਅੱਜ ਉਹ ਚਲੇ ਗਏ ਨੇ, ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ, ਅਲਵਿਦਾ ਕਹਿ ਕੇ ਨੇ। ਇੱਕ ਬਹੁਤ ਵੱਡਾ ਘਾਟਾ ਸੰਦੀਪ ਸਾਨੂੰ ਸਭ ਨੂੰ ਪਿਆ। ਇੱਕ ਬਹੁਤ ਮਹਾਨ ਗੀਤਕਾਰ ਅੱਜ ਸਾਡੇ ਵਿਚਕਾਰ ਨਹੀਂ ਰਹੇ, ਅੱਜ ਚਲੇ ਗਏ ਨੇ।
ਬਿਲਕੁਲ ਇਹ ਸਾਡੀ ਤਰਾਸਦੀ ਹੈ ਕਿ ਅਸੀਂ ਜਿਹੜੇ ਚੰਗੇ ਗੀਤਕਾਰਾਂ ਦੀ ਕਦਰ ਨਹੀਂ ਕਰ ਪਾਏ। ਹੁਣ ਵੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਅਣਗੌਲਿਆ ਕੀਤਾ। ਬੇਹੱਦ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਇੱਕ ਜਿਹੜਾ ਗਾਇਕ ਹੁੰਦਾ ਜਾਂ ਗੀਤਕਾਰ ਹੁੰਦਾ ਉਹ ਸਦੀਵੀ ਹੁੰਦਾ। ਉਹ ਇੰਡਸਟਰੀ ਲਈ ਜਾਂ ਉਹ ਇਕੱਲੀ ਇੰਡਸਟਰੀ ਦਾ ਹੀ ਨਹੀਂ ਬਲਕਿ ਉਹ ਲੋਕਾਂ ਦਾ ਹੁੰਦਾ। ਇਸ ਕਰਕੇ ਉਹਨੂੰ ਲੋਕ ਗੀਤ ਨੂੰ ਬਣਾਉਣ ਵਾਲਾ ਵੀ ਇੱਕ ਗੀਤਕਾਰ ਹੀ ਹੁੰਦਾ। ਇਹਨਾਂ ਦੇ ਗੀਤ ਅੱਜ ਜੇ ਪੂਰੀ ਦੁਨੀਆ, ਮੇਰੇ ਖਿਆਲ ਰਹਿੰਦੀ ਦੁਨੀਆ ਤੱਕ, ਜਿਹੜਾ ਦੇਵ ਸਾਹਿਬ ਦਾ ਗੀਤ ਤਾਂ ਮਾਂ ਹੁੰਦੀ ਉਹ ਮਾਂ ਦੁਨੀਆ ਵਾਲਿਓ, ਤੇਰੇ ਟਿੱਲੇ ਤੋਂ ਸੂਰਤ ਦੀਦੀ ਆ ਹੀਰ ਦੀ, ਟਰੱਕ ਚੱਲਿਆ ਮਿੱਤਰਾਂ ਦਾ, ਤੇ ਰਸਾਲੂ, ਹੋਰ ਵੀ ਉਹਨਾਂ ਦੇ ਦੁੱਲਿਆ ਵੇ ਟੋਕਰਾ ਚਕਾਈ ਆਣ ਕੇ, ਇਸ ਤਰ੍ਹਾਂ ਦੇ ਬਹੁਤ ਗੀਤ ਨੇ ਉਹਨਾਂ ਦੇ। ਬਿਲਕੁਲ ਸੰਦੀਪ, ਇਸ ਵਕਤ ਉਹਨਾਂ ਦੇ ਘਰ ਦੇ ਪਰਿਵਾਰ ਦੇ ਵਿੱਚ ਵੀ ਸੋਗ ਦੀ ਲਹਿਰ ਹੋਏਗੀ, ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਹੋਏਗੀ, ਤੇ ਸਾਡੇ ਸਭ ਦੇ ਵਿੱਚ ਇੱਕ ਗਮ ਦੀ ਲਹਿਰ ਹੈ ਜਿਹੜੀ ਉਹਨਾਂ ਦੇ ਜਾਣ ਦੇ ਨਾਲ ਦੌੜ ਗਈ ਹੈ। ਦੇਵ ਥਰੀਕੇਵਾਲਾ ਸਾਹਿਬ ਨਹੀਂ ਰਹੇ, ਕੁਲਦੀਪ ਮਾਨਕ ਨੂੰ ਕਲੀਆਂ ਦਾ ਬਾਦਸ਼ਾਹ ਬਣਾਉਣ ਵਾਲਾ ਨਹੀਂ ਰਿਹਾ। ਅਸੀਂ ਉਹਨਾਂ ਨੂੰ ਭਾਵਭੀਨੀ ਸ਼ਰਧਾਂਜਲੀ ਭੇਟ ਕਰਦੇ ਹਾਂ।